ਹੈਲੋ ਫਰੈਂਡਸ, ਅੱਜ ਆਪਾਂ ਇੰਡੀਅਨ ਪੋਲੀਟੀ ਤੇ ਭਾਰਤੀ ਸੰਵਿਧਾਨ ਦੀਆਂ ਸੂਚੀਆਂ ਬਾਰੇ ਗੱਲ ਕਰਦੇ ਹਾਂ, ਜੋ ਕਿ ਇੰਪੋਰਟੈਂਟ ਹੈ SST ਮਾਸਟਰ ਕੈਡਰ, ETT ਕੈਡਰ, ES ਟੈਟ, C ਟੈਟ ਅਤੇ ਅਦਰ ਗਵਰਨਮੈਂਟ ਐਗਜ਼ਾਮ ਦੇ ਲਈ। ਜਿਵੇਂ ਕਿ ਤੁਸੀਂ ਸਾਹਮਣੇ ਲਿਖ ਹੀ ਲਿਆ ਹੋਣਾ ਕਿ ਇੰਡੀਅਨ ਪੋਲੀਟੀ ਵਿੱਚ ਭਾਰਤੀ ਸੰਵਿਧਾਨ ਦੀਆਂ ਸੂਚੀਆਂ ਬਹੁਤ ਹੀ ਇੰਪੋਰਟੈਂਟ ਹਨ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਸ਼ਡਿਊਲ ਕਿੰਨੇ ਤਰ੍ਹਾਂ ਦੇ ਹੈਗੇ ਨੇ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ। ਇਹਨਾਂ ਦੀ ਗਿਣਤੀ ਕਿੰਨੀ ਹੈ? ਇਹ ਹੈਗੀ ਹੈ ਜੀ 12 ਸੂਚੀਆਂ ਭਾਰਤੀ ਸੰਵਿਧਾਨ ਦੇ ਵਿੱਚ ਹਨ, ਜਿਨ੍ਹਾਂ ਬਾਰੇ 1 ਬਾਏ 1 ਗੱਲ ਕਰਾਂਗੇ। ਭਾਰਤੀ ਸੰਵਿਧਾਨ ਦੀਆਂ ਸੂਚੀਆਂ ਬਾਰੇ ਟੌਪਿਕ ਸਟਾਰਟ ਕਰਦੇ ਹਾਂ। ਫਸਟ ਹੈਗਾ ਸਟੇਟ ਐਂਡ ਯੂਨੀਅਨ ਟੈਰੀਟਰੀ, ਮਤਲਬ ਸਟੇਟ ਮਤਲਬ ਸੂਬੇ ਅਤੇ ਸੰਘ ਦੀ ਸਥਾਪਨਾ। ਇਸ ਵਿੱਚ ਦੱਸਿਆ ਗਿਆ ਹੈ ਜੀ, ਭਾਰਤੀ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਕਿ ਹਰੇਕ ਭਾਰਤ ਦੇ ਸਟੇਟ ਯਾਨੀ ਕਿ ਸੂਬਾ ਅਤੇ ਕੁਝ ਯੂਨੀਅਨ ਟੈਰੀਟਰੀ ਯਾਨੀ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਇਹ ਹੈਗਾ ਆਪਣੀ ਫਸਟ ਅਨੁਸੂਚੀ 'ਚ ਜੀ। ਫਸਟ ਅਨੁਸੂਚੀ ਬਾਰੇ ਹੋਰ ਕੋਈ ਗੱਲ ਇੰਪੋਰਟੈਂਟ ਨਹੀਂ ਹੈ। ਆਪਣੀ ਫਸਟ ਅਨੁਸੂਚੀ ਵਿੱਚ ਕਿਸ ਦੀ ਬਾਰੇ ਗੱਲ ਕੀਤੀ ਗਈ ਹੈ, ਉਹਦੇ ਵਿੱਚ ਦੱਸਣਾ ਸਟੇਟ ਐਂਡ ਯੂਨੀਅਨ ਟੈਰੀਟਰੀ ਬਾਰੇ ਦੱਸਿਆ ਗਿਆ, ਯਾਨੀ ਕਿ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼। ਜਿਵੇਂ ਆਪਣਾ ਪੰਜਾਬ ਇੱਕ ਰਾਜ ਹੈ, ਉਸ ਦੇ ਬਾਰੇ, ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਵੇਂ ਆਪਣਾ ਦਿੱਲੀ ਹੈ, ਉਹਨਾਂ ਬਾਰੇ ਫਸਟ ਅਨੁਸੂਚੀ ਵਿੱਚ ਦੱਸਿਆ ਗਿਆ ਹੈ। ਇਹਨਾਂ ਦੀ ਬਾਉਂਡਰੀਜ਼ ਵਗੈਰਾ ਵਗੈਰਾ ਸਭ ਕੁਝ ਸੰਵਿਧਾਨ ਦੀ ਫਸਟ ਅਨੁਸੂਚੀ ਵਿੱਚ ਦਿੱਤਾ ਗਿਆ ਹੈ। ਸੈਕੰਡ ਅਨੁਸੂਚੀ ਹੈ ਜੀ ਸੈਲਰੀ ਅਨੁਸੂਚੀ। ਸੈਕੰਡ ਅਨੁਸੂਚੀ ਵਿੱਚ ਦੱਸਿਆ ਗਿਆ ਕਿਸ ਅਹੁਦੇ 'ਤੇ ਕਿਸ ਅਧਿਕਾਰੀ ਨੂੰ ਕਿੰਨੀ ਤਨਖਾਹ ਦਿੱਤੀ ਜਾਏਗੀ। ਸੈਲਰੀ ਮਤਲਬ ਤਨਖਾਹਾਂ ਬਾਰੇ ਚਰਚਾ ਸੈਕੰਡ ਅਨੁਸੂਚੀ ਵਿੱਚ ਦਿੱਤਾ ਗਿਆ ਹੈ ਜੀ, ਇਹ ਆਪਾਂ ਨੇ ਯਾਦ ਰੱਖਣਾ ਹੈ। ਥਰਡ ਅਨੁਸੂਚੀ ਕੀ ਕਹਿੰਦੀ ਹੈ ਜੀ? ਓਥ ਐਂਡ ਅਫਰਮੇਸ਼ਨ। ਓਥ ਮਤਲਬ ਸਹੁੰ, ਅਫਰਮੇਸ਼ਨ ਮਤਲਬ ਜੋ ਸਹੁੰ ਉਸ ਆਦਮੀ ਕੋਲ ਚੁਕਾਈ ਜਾਂਦੀ ਜੋ ਰੱਬ ਨੂੰ ਮੰਨਦਾ ਹੋਵੇ। ਅਫਰਮੇਸ਼ਨ ਹੁੰਦੀ ਹੈ ਜੋ ਰੱਬ ਨੂੰ ਨਾ ਮੰਨਦਾ ਹੋਵੇ, ਨਾਸਤਿਕ ਹੋਵੇ, ਉਸ ਤੋਂ ਇੱਕ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਕਿ ਮੈਂ ਆਪਣੇ ਮਤਲਬ ਕਾਰਜ ਪੂਰੇ ਸਹੀ ਢੰਗ ਨਾਲ ਨਿਭਾਵਾਂਗਾ ਅਤੇ ਕਿਸੇ ਤਰ੍ਹਾਂ ਦੀ ਆਪਣੇ ਅਹੁਦੇ 'ਤੇ ਨਿਯੁਕਤੀ ਸਮੇਂ ਕੋਈ ਬੇਈਮਾਨੀ ਨਹੀਂ ਕਰਾਂਗਾ। ਅੱਗੇ ਹੈ ਜੀ 4th ਨੰਬਰ ਅਨੁਸੂਚੀ ਸੀਟਸ ਆਫ ਰਾਜ ਸਭਾ। ਚੌਥੀ ਅਨੁਸੂਚੀ ਵਿੱਚ ਦਿੱਤਾ ਗਿਆ ਵੀ ਰਾਜ ਸਭਾ ਦੀਆਂ ਸੀਟਾਂ ਬਾਰੇ ਚਰਚਾ ਕੀਤੀ ਗਈ ਹੈ ਜੀ 4th ਅਨੁਸੂਚੀ ਵਿੱਚ। ਅੱਗੇ ਚੱਲਦੇ ਹਾਂ ਜੀ 5th ਅਨੁਸੂਚੀ ਵੱਲ। 5th ਅਨੁਸੂਚੀ ਵਿੱਚ ਕੀ ਦੱਸਿਆ ਗਿਆ ਜੀ? SC ਤੇ ST ਦੇ ਸਪੈਸ਼ਲ ਕੰਮ ਕਰੇਗੀ ਸਰਕਾਰ, SC ਵਾਸਤੇ ਐਂਡ ST ਵਾਸਤੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਾਂ ਨੂੰ SC ਤੇ ST ਨੂੰ ਇੱਕ ਵਿਸ਼ੇਸ਼ ਛੂਟ ਦਿੱਤੀ ਜਾਂਦੀ ਹੈ ਹਰੇਕ ਪੋਸਟ ਵਿੱਚ, ਐਂਡ ਅਦਰ ਕੋਈ ਵੀ ਗਵਰਨਮੈਂਟ ਵਰਕ ਹੁੰਦਾ ਹੈ ਉਹਦੇ ਵਿੱਚ SC ਤੇ ST ਨੂੰ ਸਪੈਸ਼ਲ ਛੂਟ ਦਿੱਤੀ ਜਾਂਦੀ ਹੈ ਜੀ। 6th ਅਨੁਸੂਚੀ ਹੈ ਜੀ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਵਾਸਤੇ ਸਪੈਸ਼ਲ SC ST ਐਕਟ ਬਣਾਇਆ ਗਿਆ ਹੈ ਇਹਨਾਂ ਸਟੇਟਾਂ ਵਾਸਤੇ। ਜੋ ਸਟੇਟ ਕਿਹੜੇ ਨੇ? ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ। ਇੱਥੇ ਜਿਹੜੇ ਸ਼ਡਿਊਲ ਟਰਾਈਬ ਹਨ, ਸ਼ਡਿਊਲ ਟਰਾਈਬ ਮਤਲਬ ਸਪੈਸ਼ਲ ਜਨਜਾਤੀਆਂ ਜਿਹੜੀਆਂ ਇਸ ਕਬੀਲੇ ਦੇ ਲੋਕ ਪਾਏ ਜਾਂਦੇ ਹਨ, ਉਹਨਾਂ ਵਾਸਤੇ
ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੀ। ਨੈਕਸਟ ਹੈ ਜੀ 7th ਅਨੁਸੂਚੀ ਲਿਸਟ। ਲਿਸਟ 3 ਤਰ੍ਹਾਂ ਦੀ ਹੁੰਦੀ ਹੈ ਜੀ। ਫਸਟ ਲਿਸਟ ਵਿੱਚ ਆ ਜਾਂਦਾ ਹੈ ਯੂਨੀਅਨ ਲਿਸਟ, ਸੈਕੰਡ ਲਿਸਟ ਹੈ ਜੀ ਸਟੇਟ ਲਿਸਟ, ਥਰਡ ਲਿਸਟ ਹੈ ਜੀ ਕਨਕਰੈਂਟ ਲਿਸਟ। ਯੂਨੀਅਨ ਲਿਸਟ मतलब स्टेट लिस्ट मतलब हो गया अपने सूबे की लिस्ट। यूनियन लिस्ट मतलब केंद्र सरकार के काम जिमें रेलवे, पोस्ट ऑफिस ते बैंकिंग जो वर्क होंदा है ये होंदा स्टेट लेवल का, सॉरी यूनियन लेवल का, मतलब केंद्र सरकार इन्हां ते काम कर सकती है। अगे है जी स्टेट लिस्ट। स्टेट लिस्ट विच आ जाता है जिवें रोडवेज, पंजाब रोडवेज, ये आप इन्होंने ये नहीं कह सकते भारतीय रोडवेज, भारतीय रेलवे कह सकते हैं आप। वो यूनीयन लिस्ट विच आ जाती है, यानी कि केंद्रीय सरकार के अंडर आ जाती है। अगे आ जी कॉन्करेंट लिस्ट मतलब समवर्ती सूची। ये एजुकेशन आ गया जी। एजुकेशन मतलब दोनों मिल के काम करदियां ने, जिमें यूनीयन ते स्टेट दोनों मिल के जिहदे ते काम करन वो कॉन्करेंट लिस्ट है जी। जिमें एजुकेशन सूबे सरकार भी वर्क करती है तो केंद्र सरकार भी वर्क करती है। आपां इन्हां दे विषयां बारे जानकारी लेने हैं जी। यूनीयन लिस्ट पहला इहदे 97 विषय सी ते अजकल इहदे 100। हुण जिहड़ा है यूनीयन लिस्ट 100 विषयों पर वर्क करती पई है जी। अगे आ गया जी स्टेट लिस्ट। स्टेट लिस्ट जिहड़ी है पहले 66 ते वर्क करती सी, हुण ये करती है 61 विषयों पर वर्क। अगे आ गया जी कॉन्करेंट लिस्ट। कॉन्करेंट लिस्ट 47 विषयों पर काम करती सी, पर वर्तमान समय ये 52 विषयों पर काम करती है। अगे आप 8वीं अनुसूची पर चलते हैं जी। 8वीं अनुसूची में दिता है लैंग्वेज बारे, भाषावां बारे चर्चा की गई है। फस्ट टाइम अपने को जदों संविधान बनाया गया सी उस टाइम 14 भाषावां नूं मानता दी गई सी, ते इस टाइम अपने को 22 भाषावां नूं मानता दी गई सरकार द्वारा, ते 8 भाषावां जोड़ियां गईयां सी। जिहड़ियां पहले 14 भाषावां सन ਉਹਦੇ बारे चर्चा करते हैं। 14 भाषावां बारे फस्ट हैगी जी असम, सैकेंड हैगी है जी बंगाली, थर्ड गुजराती, फोर्थ हिंदी, फिफ्थ कन्नड़, सिक्स कश्मीरी, सेवंथ मलयालम, 8th मराठी, 9th उड़िया, 10th पंजाबी, 11th संस्कृत, 12th तमिल, 13th तेलुगु और 14th उर्दू। ये 14 भाषावां नूं मानता दी गई सी। इहदे च जिहड़ियां होर भाषावां ऐड कीतियां गईयां ने जी 15वीं भाषा सी वो सिंधी। सिंधी नूं कदों शामिल किया गया 21st कॉन्स्टिट्यूशन अमेंडमेंट एक्ट 21वीं सोध 1967 विच सिंधी नूं शामिल किया गया जी। गया जी 16, 17 ते 18 नंबर भाषावां ये एक ही टाइम ऐड कीतियां गईयां सी। 16वीं भाषा है जी नेपाली, 17वीं भाषा मणिपुरी ते 18वीं है कोकनी।
71ਵੀਂ ਸੋਧ 1992 ਵਿੱਚ ਸੰਵਿਧਾਨ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਅੱਗੇ ਆ ਗਈ ਜੀ 19, 20, 21 ਅਤੇ 22 ਮੈਥਾਲੀ, ਸੰਥਾਲੀ, ਬੋਦੋ ਅਤੇ ਡੋਗਰੀ। ਇਹ ਜਿਹੜੀ 92 ਸੋਧ 2003 ਵਿੱਚ ਅਡੈਪਟ ਕੀਤੀਆਂ ਗਈਆਂ ਨੇ। ਆਪਾਂ ਹੁਣ ਇਹਦਾ ਨਾਂ ਕਿਵੇਂ ਯਾਦ ਰੱਖਣੇ ਜੀ? 16ਵੀਂ, 17ਵੀਂ ਅਤੇ 18ਵੀਂ ਨੂੰ ਨਮਕ ਨਾਲ ਯਾਦ ਰੱਖ ਸਕਦੇ ਹਾਂ। ਨਮਕ ਨੇਪਾਲੀ, ਮਨੀਪੁਰੀ ਅਤੇ ਕੋਕਣੀ। ਅੱਗੇ ਆ ਗਿਆ ਜੀ 19, 20, 21, 22 SDMP ਸੰਥਾਲੀ, ਡੋਗਰੀ। M ਦੇ ਮਤਲਬ ਮੈਥਾਲੀ ਅਤੇ B ਦਾ ਮਤਲਬ ਬੋਦੋ। ਇਹ ਆਪਾਂ ਛੋਟੀ ਜਿਹੀ ਟ੍ਰਿਕ ਨਾਲ ਯਾਦ ਰੱਖ ਸਕਦੇ ਹਾਂ। ਅੱਗੇ ਆ ਗਿਆ ਜੀ 9th ਨੰਬਰ ਅਨੁਸੂਚੀ ਕੀ ਕਹਿੰਦੀ ਹੈ? ਇਹਦੇ 'ਚ ਹੈਗਾ ਜੀ ਲੈਂਡ ਰਿਫੋਰਮ ਬਾਰੇ ਚਰਚਾ ਕੀਤੀ ਗਈ ਹੈ ਜੀ। ਲੈਂਡ ਰਿਫੋਰਮ ਫਸਟ ਅਮੈਂਡਮੈਂਟ ਐਕਟ 1951। ਵਿੱਚ ਲੈਂਡ ਰਿਫੋਰਮ 'ਤੇ ਕੀਤਾ ਗਿਆ ਸੀ ਵਰਕ, ਜਿਹਦੇ ਵਿੱਚ ਕਿ 14 ਅਪ੍ਰੈਲ 1973 ਈਸਵੀ ਨੂੰ ਇਹ ਖਤਮ ਕੀਤਾ ਗਿਆ ਸੀ ਅਤੇ ਇਸ ਨੂੰ ਹਾਈਡ ਅਤੇ ਸੀਕਰਟ ਸ਼ਡਿਊਲ ਦਾ ਅਹੁਦਾ ਦਿੱਤਾ ਗਿਆ ਸੀ। 10th ਨੰਬਰ ਆ ਗਿਆ ਆਪਣੇ ਕੋਲ ਸ਼ਡਿਊਲ ਐਂਟੀ ਡਿਫੈਕਸ਼ਨ ਲਾ, ਮਤਲਬ ਦਲ ਬਦਲ ਸੰਬੰਧੀ ਕਾਨੂੰਨ। 52ਵੀਂ ਸੋਧ 1985 ਵਿੱਚ, ਮਤਲਬ ਇਹ ਦਲ ਬਦਲ ਦਾ ਕਾਨੂੰਨ ਹੋਇਆ। 1967 ਵਿੱਚ ਗਿਆ ਰਾਮ ਅਤੇ ਆਇਆ ਰਾਮ ਇੱਕ ਆਦਮੀ ਸੀ ਜੋ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਸੀ। ਉਹ ਪਹਿਲੇ ਉਹਨਾਂ ਕਾਂਗਰਸ ਨੂੰ ਛੱਡ ਦਿੱਤਾ, ਉਸ ਤੋਂ ਬਾਅਦ ਉਸਨੇ ਬਹੁਤ ਸਾਰੀਆਂ ਪਾਰਟੀਆਂ ਵਿੱਚ ਚਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ, ਜਿਸ ਕਾਰਨ ਦਲ ਬਦਲ ਦੀ ਪਹਿਲੇ ਤਾਂ ਬਹੁਤ ਜ਼ਿਆਦਾ ਸਮੱਸਿਆ ਬਣੀ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਐਕਟ ਬਣਾ ਦਿੱਤਾ 52ਵੀਂ ਸੋਧ 1985 'ਚ ਕਿ ਜੋ ਆਦਮੀ ਆਪਣਾ ਦਲ ਛੱਡੇਗਾ ਉਸ ਨੂੰ ਆਪਣੀ ਅਹੁਦਾ ਵੀ ਉਸੇ ਟਾਈਮ ਛੱਡਣਾ ਪਵੇਗਾ। ਜਿਵੇਂ ਕਿ ਆਪਣਾ ਲੇਟੈਸਟ ਉਦਾਹਰਨ ਲੈਂਦੇ ਹਾਂ ਕਿ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਸੀ ਅਤੇ ਅਕਾਲੀ ਦਲ ਨੂੰ ਜਦੋਂ ਛੱਡਿਆ ਸੀ ਉਸ ਟਾਈਮ ਨਹੀਂ ਛੱਡਿਆ ਜਦੋਂ ਅਹੁਦੇ 'ਤੇ ਬਿਰਾਜਮਾਨ ਸੀ। ਜਦੋਂ ਉਸ ਦਾ ਟਾਈਮ ਖਤਮ ਹੋ ਗਿਆ ਤਾਂ ਉਸਨੇ ਦਲ ਬਦਲ ਦਿੱਤਾ, ਯਾਨੀ ਕਿ ਆਪਣੇ ਅਹੁਦੇ ਦੀ ਸਮਾਪਤੀ ਤੋਂ ਬਾਅਦ ਉਸਨੇ ਦਲ ਬਦਲਿਆ। ਜੇਕਰ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਾ ਹੁੰਦਾ ਤਾਂ ਸ਼ਾਇਦ ਉਹ ਪਹਿਲਾਂ ਹੀ ਦਲ ਬਦਲ ਲੈਂਦਾ। ਇਹ ਕਾਨੂੰਨ ਨੇ ਉਸ ਨੂੰ ਰੋਕ ਕੇ ਰੱਖਿਆ ਸੀ ਇਸ ਬਾਰੇ। ਅੱਗੇ ਆ ਗਿਆ ਜੀ 11th ਸ਼ਡਿਊਲਡ ਪੰਚਾਇਤੀ ਰਾਜ, ਜਿਹਦੇ 'ਚ 29 ਵਿਸ਼ੇ ਹਨ ਜੀ। 73ਵੀਂ ਸੋਧ 1992 ਵਿੱਚ ਇਹ ਕਾਨੂੰਨ ਲਾਗੂ ਕੀਤਾ ਗਿਆ ਅਤੇ 24 ਅਪ੍ਰੈਲ 1993 ਵਿੱਚ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ, ਲਾਗੂ ਕਰ ਦਿੱਤਾ ਗਿਆ। ਪੰਚਾਇਤੀ ਰਾਜ ਨੂੰ ਕਾਨੂੰਨ ਸਭ ਤੋਂ ਪਹਿਲਾਂ ਕਿੱਥੇ ਪੰਚਾਇਤੀ ਰਾਜ ਲਾਇਆ ਗਿਆ ਸੀ? ਰਾਜਸਥਾਨ ਦੇ ਨਾਗੌਰ ਡਿਸਟ੍ਰਿਕਟ ਵਿੱਚ। ਅੱਗੇ ਆ ਜੀ ਲਾਸਟ ਅਨੁਸੂਚੀ 12ਵੀਂ ਅਨੁਸੂਚੀ ਨਗਰ ਪੰਚਾਇਤ 74th ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ 1992। ਇਹਦੇ 18 ਵਿਸ਼ਿਆਂ 'ਤੇ ਕੰਮ ਸਰਕਾਰ ਕਰਦੀ ਹੈ ਜੀ, ਜੋ ਕਿ ਨਗਰ ਪੰਚਾਇਤ ਅਤੇ ਪੰਚਾਇਤੀ ਰਾਜ 29 ਵਿਸ਼ਿਆਂ 'ਤੇ
ਤੇ ਨਗਰ ਪੰਚਾਇਤ 18 ਵਿਸ਼ਿਆਂ 'ਤੇ ਕੰਮ ਕਰਦੀ ਹੈ। ਉਹ 73ਵੀਂ ਸੋਧ 1992 ਇਹ 74ਵੀਂ ਸੋਧ 1992 ਵਿੱਚ ਦੁਬਾਰਾ ਜੋੜੀ ਗਈ ਸੀ ਅਨੁਸੂਚੀ। ਇਸ ਤਰ੍ਹਾਂ ਅੱਜ ਦੇ ਟੌਪਿਕ 'ਚ ਬਸ ਇੰਨਾ ਹੀ। ਲਾਸਟ 'ਚ ਤੁਹਾਨੂੰ ਗੁਜ਼ਾਰਿਸ਼ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਸੋ ਥੈਂਕ ਯੂ।